ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਔਰ ਤੇਜ਼ ਤਰਾਰ ਵਿਧਾਇਕ ਪੰਜਾਬ ਤੇ ਉਹਨਾਂ ਦੇ ਘਰ ਈਡੀ ਦੀ ਰੇਡ ਚੱਲ ਰਹੀ ਹੈਗੀ ਆ। ਸਵੇਰ ਦੇ 7:30 ਵਜੇ ਤੋਂ ਲੈ ਕੇ ਉਹਨਾਂ ਦੀ ਸਪੋਰਟ ਦੇ ਵਿੱਚ ਅੱਜ ਵਿਧਾਨ ਸਭਾ ਦੇ ਵਿੱਚ ਵੀ ਮੰਗ ਉੱਠੀ ਹੈ। ਕਈ ਵਿਧਾਇਕਾਂ ਨੇ ਮਸਲਾ ਉਠਾਇਆ। ਇਸ ਟਾਈਮ ਸਾਡੇ ਨਾਲ ਵਿਧਾਇਕ ਪਿਰਮਲ ਸਿੰਘ ਅਤੇ ਜਗਦੇਵ ਸਿੰਘ ਕਮਾਲੂ ਉਹਨਾਂ ਦੇ ਗੱਲਬਾਤ ਕਰਾਂਗੇ। ਪਿਰਮਲ ਜੀ, ਕਿਵੇਂ ਦੇਖਦੇ ਸੁਖਪਾਲ ਸਿੰਘ ਖਹਿਰਾ ਦੇ ਘਰ ਈਡੀ ਦੀ ਰੇਡ ਨੂੰ? ਦੇਖੋ, ਜਦੋਂ ਦਾ ਇਹ ਕਿਸਾਨੀ ਸੰਘਰਸ਼ ਚੱਲਿਆ ਹੈਗਾ ਕਾਲੇ ਕਾਨੂੰਨਾਂ ਦੇ ਖਿਲਾਫ, ਉਦੋਂ ਤੋਂ ਜਿਹੜੇ ਸੁਖਪਾਲ ਸਿੰਘ ਖਹਿਰਾ ਨੇਗੇ ਉਹ ਕਿਸਾਨੀ ਸੰਘਰਸ਼ ਦੀ ਹਮਾਇਤ ਕਰ ਰਹੇ ਨੇ। ਇਹ ਇਸ ਤੋਂ ਪਹਿਲਾਂ ਦੀ ਜੇ ਮੈਂ ਗੱਲ ਕਰਾਂ, ਜਦੋਂ UAPA ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਉੱਤੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ, ਛੋਟੀ ਉਮਰ ਦੇ 16 ਸਾਲ ਦੀ ਉਮਰ ਦੇ, ਔਰ ਜ਼ਿਆਦਾਤਰ ਉਹਦੇ ਵਿੱਚ ਐਸੀ ਸੀਗੇ, ਉਹਨਾਂ ਦੇ ਘਰਾਂ ਤੱਕ ਪਹੁੰਚ ਕਰਕੇ ਉਹ ਸੱਚਾਈ ਆ ਜਿਹੜੀ ਮੀਡੀਆ ਦੇ ਰਾਹੀਂ ਲੋਕਾਂ ਦੇ ਸਾਹਮਣੇ ਲਿਆਂਦੀ। ਔਰ ਉਹ ਜਿਹੜੇ ਪਰਚੇ ਜਿਹੜੇ ਝੂਠੇ ਸਾਬਤ ਹੋਏ, ਬਹੁਤ ਸਾਰੇ ਨੌਜਵਾਨਾਂ ਨੂੰ ਜਿਹੜਾ ਹੈਗਾ ਉਹਦੇ 'ਚ ਬੇਲ ਮਿਲੀ, ਜ਼ਮਾਨਤ ਮਿਲੀ, ਕੁਝ ਉਹਨਾਂ ਨੂੰ ਛੱਡਣੇ ਵੀ ਪਏ। ਸੋ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜਾ ਲਗਾਤਾਰ ਉੱਥੇ ਸਪੋਰਟ ਕਰ ਰਹੇ ਸੀ। 26 ਤੋਂ ਬਾਅਦ ਜਿਹੜੀ ਘਟਨਾ ਵਾਪਰੀ ਉੱਥੇ 26 ਨੂੰ ਜਾਂ ਉਸ ਤੋਂ ਬਾਅਦ ਲਗਾਤਾਰ ਨੌਜਵਾਨਾਂ ਦੇ ਉੱਤੇ ਝੂਠੇ ਪਰਚੇ ਪਾ ਕੇ ਜੇਲ੍ਹਾਂ ਦੇ ਵਿੱਚ ਡੱਕੇ ਗਏ, ਔਰ ਉੱਥੇ ਇੱਕ ਨਵਰੀਤ ਨੌਜਵਾਨ ਜਿਹੜਾ ਸੀਗਾ ਪੁਲਿਸ ਦੀ ਗੋਲੀ ਦੇ ਨਾਲ ਉਹਦੀ ਮੌਤ ਹੋਈ। ਉਹ ਮਸਲਾ ਜਿਹੜਾ ਲਗਾਤਾਰ ਲੋਕਾਂ ਦੇ ਸਾਹਮਣੇ ਲਿਆਂਦਾ, ਮੀਡੀਆ 'ਚ ਲਿਆਂਦਾ, ਔਰ ਲਗਾਤਾਰ ਜਿਹੜੀ ਬਾਹਰੋਂ ਜਿਹੜਾ ਹੈ NRIs ਨੂੰ ਜਿਹੜਾ ਮੰਗ ਕਰਕੇ ਕਿ ਵੀ ਇਸ ਸੰਘਰਸ਼ ਦੀ ਹਮਾਇਤ ਕੀਤੀ, ਉੱਥੇ ਲਗਾਤਾਰ ਸਪੋਰਟ ਕੀਤੀ ਜਾ ਰਹੀ ਹੈਗੀ। ਮਤਲਬ ਸੁਖਪਾਲ ਸਿੰਘ ਖਹਿਰਾ ਨੂੰ ਦਬਾਇਆ ਬਿਲਕੁਲ ਉਹਦਾ ਖਮਿਆਜ਼ਾ ਹੈਗਾ। ਇਹਦੀਆਂ ਐਗਜ਼ਾਮਪਲ ਨੇ ਜੀ, ਤੁਸੀਂ ਦੱਸੋ। ਗ੍ਰੇਟਾ ਜਿਹੜੀ ਥਨਬਰਗ ਸੀਗੀ, ਛੋਟੀ ਬੱਚੀ, ਵਾਤਾਵਰਨ ਪ੍ਰੇਮੀ, ਉਹਨੇ ਦੱਸੋ ਕੀ ਗੁਨਾਹ ਕੀਤਾ ਸੀਗਾ, ਉਹਦੇ ਤੇ ਵੀ ਜਿਹੜਾ ਪਰਚਾ ਪਾਇਆ ਗਿਆ। ਜਿਹੜੀ ਆਪਣੀ ਤਾਪਸੀ ਪੰਨੂ ਹੈਗੀ ਆ, ਐਕਟਰੈਸ ਹੈਗੀ ਆ, ਹੋਰ ਬਹੁਤ ਸਾਰੇ ਸਮਾਜ ਸੇਵੀ ਨੇਗੇ। ਇੱਥੋਂ ਤੱਕ ਕਿ ਮੈਨੂੰ ਹੁਣੇ ਜਿਹੜੀ ਅੱਜ ਤੋਂ 3-4 ਦਿਨ ਪਹਿਲਾਂ ਮੇਰੀ SP ਓਬਰਾਏ ਸਾਹਿਬ ਨਾਲ ਗੱਲ ਹੋਈ ਸੀਗੀ, ਤੇ ਉਹਨਾਂ ਨੂੰ ਵੀ ਜਿਹੜਾ ਇਨਕਮ ਟੈਕਸ ਦਾ ਨੋਟਿਸ ਆਇਆ ਹੋਇਆ ਹੈਗਾ, ਤੇ ਉਹਨਾਂ ਨੂੰ ਪ੍ਰਪੋਜ਼ਲਾਂ ਆ ਰਹੀਆਂ ਹੈਗੀਆਂ BJP ਵੱਲੋਂ ਕਿ ਵੀ ਤੁਸੀਂ ਜਿਹੜਾ ਹੈਗਾ ਵੀ ਸਾਡੇ 'ਚ ਸ਼ਾਮਲ ਹੋਵੋ। ਠੀਕ ਹੈ ਨਾ। ਇਹ ਜੋ ਵੀ ਕਿਸਾਨੀ ਸੰਘਰਸ਼ ਦੀ ਸਪੋਰਟ ਕਰ ਰਿਹਾ ਹੈਗਾ, ਚਾਹੇ ਉਹ ਕਿਸੇ ਵੀ ਤਰੀਕੇ ਨਾਲ ਕਰ ਰਿਹਾ। ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆ, ਉਹ ਤੁਸੀਂ ਇਹਦੇ ਦੱਸੋਗੇ ਦਬਾਇਆ ਜਾ ਰਿਹਾ ਕਿ ਜਾਂ ਸੁਖਪਾਲ ਸਿੰਘ ਖਹਿਰਾ ਨੂੰ ਸ਼ਾਮਲ ਕਰਾਉਣਾ ਚਾਹੁੰਦੀ BJP, ਜਿਹੜੇ ਤੁਸੀਂ SP ਓਬਰਾਏ ਦੀ ਗੱਲ ਕੀਤੀ ਹੈ? ਦੇਖੋ, ਜਦੋਂ ਜੇ ਉਹਨਾਂ ਦੀ ਗੱਲ ਨਾ ਮੰਨੀ ਜਾਵੇ, ਕਿਉਂਕਿ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਪ੍ਰਪੋਜ਼ਲਾਂ ਆਈਆਂ ਸੀਗੀਆਂ BJP ਦੇ ਵਿੱਚ ਸ਼ਾਮਿਲ ਕਰਨ ਦੇ ਲਈ, ਬਹੁਤ ਸਾਰੀਆਂ ਪ੍ਰਪੋਜ਼ਲਾਂ ਆਈਆਂ ਸੀ, ਪਰ ਉਹ ਨਾ ਮੰਨੀਆਂ ਗਈਆਂ। ਠੀਕ ਹੈ ਨਾ, ਕਿਉਂਕਿ ਸਾਡੀ ਉਹਨਾਂ ਦੇ ਨਾਲ ਵਿਚਾਰਧਾਰਾ ਹੀ ਨਹੀਂ ਮਿਲਦੀ ਹੈਗੀ। ਸੋ ਉਹ ਇਨਕਾਰ ਕੀਤਾ ਗਿਆ, ਤਾਂ ਉਹਦਾ ਹੀ ਨਤੀਜਾ ਹੈਗਾ। ਉਸ ਤੋਂ ਬਾਅਦ ਕਿਸਾਨੀ ਲਗਾਤਾਰ ਕੰਮ ਕਰ ਰਹੇ ਨੇ। ਇਸ ਟਾਈਮ ਸੁਖਪਾਲ ਸਿੰਘ ਖਹਿਰਾ ਸਾਹਮਣੇ ਘਰ ਦੇ ਬਾਹਰ ਵੀ ਖੜੇ ਤੁਸੀਂ ਦੇਖ ਸਕਦੇ। ਲਗਾਤਾਰ ਤੁਸੀਂ ਉਹਨਾਂ ਦੇ ਨਾਲ ਡਟੇ ਜੇ। ਤੁਹਾਡੇ ਹੁੰਦਿਆਂ ਜਾਂ ਕਦੀ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਹੋਵੇ ਕਿ BJP ਅਪਰੋਚ ਕਰੀ ਹੈ ਸੁਖਪਾਲ ਸਿੰਘ ਖਹਿਰਾ ਨੂੰ? ਬਿਲਕੁਲ, ਜੋ ਵੀ ਐਕਟੀਵਿਟੀ ਹੁੰਦੀ ਹੈ ਕਿਸੇ ਵੀ ਪਾਰਟੀ ਵੱਲੋਂ, ਜਦੋਂ ਵੀ ਕੋਈ ਅਪਰੋਚ ਕੀਤੀ ਗਈ, ਉਹਨਾਂ ਨੇ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਆ। ਉਹ ਹਮੇਸ਼ਾ, ਚਾਹੇ ਉਹ ਕਾਂਗਰਸ ਹੋਵੇ, ਚਾਹੇ BJP ਹੋਵੇ, ਚਾਹੇ ਅਕਾਲੀ ਦਲ ਹੋਵੇ, ਜਦੋਂ ਵੀ ਕੋਈ ਉਹਨਾਂ ਨੂੰ ਕਿਸੇ ਪਾਸੋਂ ਕੋਈ ਸੁਨੇਹਾ ਆਇਆ, ਉਹਨਾਂ ਨੇ ਸਾਡੇ ਨਾਲ ਸਾਂਝੀ ਗੱਲ ਹਮੇਸ਼ਾ ਕੀਤੀ ਹੈਗੀ। ਸੋ ਅਸੀਂ ਉਹਦੇ ਉੱਤੇ ਰਲ ਮਿਲ ਕੇ ਅਸੀਂ ਰਾਏ ਮਸ਼ਵਰੇ ਦੇ ਨਾਲ ਕੋਈ ਉਹਦੇ 'ਤੇ ਜਿਹੜੀ ਗੱਲ ਕਰਦੇ ਹੈਗੇ ਆ, ਤਾਂ ਅਸੀਂ ਹਮੇਸ਼ਾ ਹੀ ਜਿਹੜਾ ਹੈਗਾ, ਕਿਉਂਕਿ ਖਹਿਰਾ ਸਾਹਿਬ ਵੀ ਆਪ ਹੀ ਚਾਹੁੰਦੇ ਸੀਗਾ ਕਿ ਵੀ ਸਾਡੀ ਵਿਚਾਰਧਾਰਾ ਦਾ ਮੇਲ ਨਹੀਂ ਖਾਂਦਾ ਹੈਗਾ ਉਹਨਾਂ ਨੇ BJP ਦੇ ਨਾਲ। ਸਾਡੀ BJP ਦੀ ਪੇਸ਼ਕਸ਼ ਆਈ ਸੀ। ਉਹ ਇਹ ਕਿਸਾਨੀ ਸੰਘਰਸ਼ ਤੋਂ ਪਹਿਲਾਂ ਦੀ ਗੱਲ ਆ। ਉਸ ਤੋਂ ਬਾਅਦ ਜਿਹੜਾ ਲਗਾਤਾਰ ਕਿਸਾਨੀ ਸੰਘਰਸ਼ ਦੇ ਵਿੱਚ ਜੋ ਸਪੋਰਟ ਕੀਤੀ, ਜੋ ਜਿਹੜਾ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ, ਨਵਰੀਤ ਦਾ ਮਸਲਾ ਉਠਾਇਆ, ਲਗਾਤਾਰ ਜਿਹੜਾ ਹੈਗਾ ਦੀਪ ਸਿੱਧੂ, ਲੱਖਾ ਸਿਧਾਣਾ, ਹੋਰ ਬਹੁਤ ਸਾਰੇ ਨੌਜਵਾਨਾਂ ਤੇ ਝੂਠੇ ਪਰਚਿਆਂ ਦੀ, ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਝੂਠੇ ਪਰਚਿਆਂ ਦੀ ਗੱਲ ਕੀਤੀ। ਇਹ ਸਾਰਾ ਉਹਦਾ ਹੀ ਨਤੀਜਾ ਹੈ। ਔਰ ਇਹ ਮਸਲਾ ਅੱਜ ਅਸੀਂ ਵਿਧਾਨ ਸਭਾ ਦੇ ਵਿੱਚ ਚੱਕਿਆ, ਜਿੱਥੇ ਆਪਣੇ ਪਰਮਿੰਦਰ ਢੀਂਡਸਾ ਜੀ, ਚਰਨਜੀਤ ਚੰਨੀ ਟੈਕਨੀਕਲ ਐਜੂਕੇਸ਼ਨ ਮਿਨਿਸਟਰ, ਔਰ ਸਾਰੇ ਮੈਂਬਰ, ਆਪਣੇ ਕੰਵਰ ਸੰਧੂ ਜੀ ਨੇ ਜਿਹੜਾ ਇਹ ਮਸਲਾ ਰੇਜ਼ ਕੀਤਾ ਕਿ ਵੀ ਬਹੁਤ ਸੀਰੀਅਸ ਮਸਲਾ ਹੈਗਾ। ਬਿਨਾਂ ਸਟੇਟ ਦੀ ਪਰਮਿਸ਼ਨ ਦੇ ਜਿਹੜਾ ਵੀ ਇਹ ਕਾਰਵਾਈਆਂ ਹੋ ਰਹੀਆਂ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਹੋਣਗੀਆਂ, ਔਰ ਲਗਾਤਾਰ ਹੋ ਰਹੀਆਂ, ਚਾਹੇ ਉਹ ਸਿੰਗਰ ਹੋਣ, ਚਾਹੇ ਉਹ ਸਮਾਜ ਸੇਵੀ ਹੋਣ, ਚਾਹੇ ਉਹ ਐਕਟਰਸ ਹੋਣ। ਠੀਕ ਹੈ ਨਾ। ਤੇ ਵੀ ਇਹ ਚੀਜ਼ਾਂ ਨੇ ਜਿਹੜੀਆਂ ਇਹ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਕੀਤੀਆਂ ਜਾ ਰਹੀਆਂ ਨੇ। ਸੋ ਇਹਦੇ ਤੇ ਸਰਕਾਰ ਕੋਈ ਸਖਤ ਐਕਸ਼ਨ ਲਵੇ, ਕੋਈ ਰੈਜ਼ੋਲੂਸ਼ਨ ਲੈ ਕੇ। ਸੁਖਪਾਲ ਸਿੰਘ ਖਹਿਰਾ ਨੂੰ ਅਪਰੋਚ ਜਿਹੜੇ ਆਮ ਆਦਮੀ ਪਾਰਟੀ ਤੋਂ ਤੁਸੀਂ ਵੱਖ ਸੋਚ ਰੱਖੀ, ਚਾਹੇ ਤੁਸੀਂ ਹੋ, ਚਾਹੇ ਜਗਦੇਵ ਸਿੰਘ ਕਮਾਲੂ ਹੋਣ, ਚਾਹੇ ਜਗਤਾਰ ਸਿੰਘ ਜੱਗਣ, ਉਹਨਾਂ ਨੂੰ ਵੀ ਅਪਰੋਚ ਕੀਤੀ ਗਈ ਹੈ ਪਾਰਟੀ ਵੱਲੋਂ ਕਿਸੇ ਨੂੰ? ਦੇਖੋ, ਹੋਰ ਦਾ ਤਾਂ ਮੈਂ ਕਿਸੇ ਦਾ ਕਹਿ ਨਹੀਂ ਸਕਦਾ, ਪਰ ਸਾਡੇ ਤੱਕ ਜ਼ਰੂਰ ਅਪਰੋਚ ਕੀਤੀ ਗਈ ਹੈਗੀ ਹੈ ਕਿ, ਪਰ ਅਸੀਂ ਉਸ ਨੂੰ ਜਿਹੜਾ ਬਿਲਕੁਲ ਇਨਕਾਰ ਕੀਤਾ, ਕਿਉਂਕਿ ਸਾਡੀ ਉਹਨਾਂ ਦੇ ਨਾਲ ਵਿਚਾਰਧਾਰਾ ਮੇਲ ਨਹੀਂ ਖਾਂਦੀ ਹੈਗੀ। ਅਸੀਂ ਪੰਜਾਬ ਦੀ ਗੱਲ ਕਰਨੀ ਹੈਗੀ, ਕਿਉਂਕਿ ਉਹ ਜਿਹੜਾ ਹੈਗਾ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ। ਇਹ ਸਾਰੇ ਲੋਕਾਂ ਦਾ, ਸਾਰੀਆਂ ਜਾਤਾਂ ਦਾ, ਸਾਰੇ ਧਰਮਾਂ ਦਾ ਜਿਹੜਾ ਇਹ ਜਿਹੜਾ ਦੇਸ਼ ਹੈਗਾ, ਤੇ ਇਹ ਦੇਸ਼ ਨੂੰ ਜਿਹੜਾ ਇਕਮੁੱਠ ਰੱਖਣ ਦੇ ਲਈ ਸਾਰਿਆਂ ਦਾ ਇੱਥੇ ਰਹਿਣਾ ਜ਼ਰੂਰੀ ਆ, ਪਰ ਅਸੀਂ ਉਸ ਵਿਚਾਰਧਾਰਾ ਦੇ ਨਾਲ ਮੇਲ ਨਹੀਂ ਖਾਂਦੇ। ਵਿਧਾਨ ਸਭਾ ਦੀ ਗੱਲ ਕੀਤੀ, ਉਹਦੇ 'ਚ ਚਾਹੇ ਚਰਨਜੀਤ ਸਿੰਘ ਚੰਨੀ ਹੋਣ, ਚਾਹੇ ਪਰਮਿੰਦਰ ਸਿੰਘ ਢੀਂਡਸਾ ਹੋਣ, ਸਾਰਿਆਂ ਨੇ, ਕੰਵਰ ਸੰਧੂ ਹੁਣ ਮੁੱਦਾ ਉਠਾਇਆ ਹੈਗਾ। ਆਮ ਆਦਮੀ ਪਾਰਟੀ ਦੀ ਹਰਪਾਲ ਸਿੰਘ ਚੀਮਾ ਕਹਿ ਰਹੇ ਨੇ ਕਿ
ਜੇ ਕੁਝ ਗਲਤ ਹੋਇਆ ਤਾਂ ਅਸੀਂ ਨਾਲ ਹੋਵਾਂਗੇ, ਡਟਾਂਗੇ, ਪਰ ਜੇ ਧੱਕਾ ਹੋਇਆ ਫਿਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਹੋਵਾਂਗੇ। ਦੇਖੋ ਪਤਾ ਕੀ ਆ, ਜਿਹੜੀ ਹੁਣ ਇਹ ਕਾਰਵਾਈ ਹੋ ਰਹੀ ਹੈਗੀ ਇੱਕ ਸਾਜ਼ਿਸ਼ ਦੇ ਤਹਿਤ ਹੋ ਰਹੀ ਆ। ਜਦੋਂ ਕੋਈ ਸਾਜ਼ਿਸ਼ ਦੇ ਤਹਿਤ ਕੋਈ ਪਲੈਨਿੰਗ ਦੇ ਨਾਲ ਕੋਈ ਕਾਰਵਾਈ ਹੋਵੇ ਤਾਂ ਉਹਦੇ 'ਚ ਮਤਲਬ ਸੱਚੇ ਨੂੰ ਵੀ ਝੂਠਾ ਬਣਾ ਦਿੱਤਾ ਜਾਂਦਾ। ਇਹਦਾ ਤੁਸੀਂ ਇਹਦੀ ਐਗਜ਼ਾਮਪਲ ਹੈਗੀ ਆ ਤਾਪਸੀ ਪੰਨੂ ਵਰਗੇ ਹੋਰ ਜਾਂ ਜਿਹੜੇ ਆਪਣੇ ਨੌਜਵਾਨ ਹੁਣ ਜਿਨ੍ਹਾਂ ਦੇ ਉੱਤੇ ਦੇਸ਼ ਧਰੋਹੀ ਦਾ ਪਰਚਾ ਕਰਕੇ ਅੰਦਰ ਕੀਤੇ ਹੈਗੇ ਨੇ। ਤੁਸੀਂ ਦੱਸੋ ਉਹਨਾਂ ਨੇ ਕੀ ਦੇਸ਼ ਧਰੋਹ ਕਰਤਾ? ਜੇ ਲੋਕਾਂ ਦੀ ਗੱਲ ਕਰਤੀ, ਕਾਲੇ ਕਾਨੂੰਨਾਂ ਦਾ ਵਿਰੋਧ ਕਰਤਾ, ਇਹ ਦੇਸ਼ ਧਰੋਹ ਹੋ ਗਿਆ। ਨਾ ਕੋਈ ਕਿਸੇ ਤਿਰੰਗੇ ਝੰਡੇ ਦਾ ਜਿਹੜਾ ਹੈਗਾ ਕੋਈ ਅਪਮਾਨ ਹੋਇਆ, ਨਾ ਕੋਈ ਹੋਰ ਕੋਈ ਦੇਸ਼ ਦੇ ਵਿਰੋਧ ਦੀ ਕੋਈ ਗੱਲ ਹੋਈ। ਤੇ ਮਤਲਬ ਉਹਨਾਂ ਤੇ ਕੀ ਸਬੂਤ ਆ ਸਰਕਾਰ ਕੋਲੇ? ਪਰ ਉਹਨਾਂ ਤੇ ਵੀ ਪਰਚੇ ਹੋਏ ਨੇਗੇ। ਜਗਦੇਵ ਸਿੰਘ ਕਮਾਲੂ ਜੀ ਸੁਖਪਾਲ ਸਿੰਘ ਖਹਿਰਾ ਦੇ ਨਾਲ ਤੁਸੀਂ ਡਟੇ ਹੋ। ਥੋੜਾ ਚਿਰ ਪਹਿਲਾਂ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਆ, ਹਾਲਾਂਕਿ ਰੋਕਿਆ ਗਿਆ ਅਧਿਕਾਰੀਆਂ ਵੱਲੋਂ। ਇੱਕ ਤੇ ਵੀ ਬਾਹਰੋਂ ਮਨੀ ਲਾਂਡਰਿੰਗ ਪੈਸਾ ਆ ਰਿਹਾ ਜੀ, 9 ਜਗ੍ਹਾ ਤੇ ਛਾਪੇ ਚੱਲ ਰਹੇ ਨੇ, ਫਿਰ ਇਹ ਕਹਿ ਰਿਹਾ ਕਿ ਇਹਨਾਂ ਜੀ ਫੇਕ ਪਾਸਪੋਰਟ ਦਾ ਇਸ਼ੂ ਹੈਗਾ। ਕਿਵੇਂ ਦੇਖਦੇ? ਇਹ ਸਭ ਦਬਾਉਣ ਦੀਆਂ ਕੋਸ਼ਿਸ਼ਾਂ ਹੈ, ਕਿਉਂਕਿ ਪੰਜਾਬ 'ਚ ਜਿਹੜੇ ਲੋਕ ਨਧੜਕ ਤੇ ਬੇਬਾਕ ਬੋਲਦੇ ਨੇ, ਸੈਂਟਰ ਸਰਕਾਰ ਕਹਿੰਦੀ ਉਹਨਾਂ ਨੂੰ ਕਿਸੇ ਨਾ ਕਿਸੇ ਲੋਟ ਦਬਾਇਆ ਜਾਵੇ। ਇਹ ਹਰ ਸਰਕਾਰ ਦੀਆਂ ਮਤਲਬ ਲੋਕ ਮਾਰੂ ਨੀਤੀਆਂ ਰਹੀਆਂ, ਉਹਨਾਂ ਦੇ ਸੰਘਰਸ਼ਾਂ ਨੂੰ, ਉਹਨਾਂ ਦੇ ਘੋਲਾਂ ਨੂੰ ਦਬਾਉਣਾ। ਤੇ ਇਹੀ ਕਾਰਨ ਹੈ ਕਿ ਖਹਿਰਾ ਸਾਹਿਬ ਨੇ ਪਹਿਲਾਂ ਪਿਛਲੇ ਦਿਨੀ ਮਤਲਬ ਕੁਝ ਸਮਾਂ ਪਹਿਲਾਂ ਜਵਾਪਾ ਵਰਗੇ ਕਾਲੇ ਕਾਨੂੰਨ ਦਾ ਵਿਰੋਧ ਕੀਤਾ ਸੀ, ਤੇ ਅਸੀਂ ਸਮੇਤ ਉਹਨਾਂ ਦੇ ਨਾਲ ਜਾ ਕੇ ਘਰ ਘਰ ਜਿੰਨੇ 6-7 ਪਰਚੇ ਸਾਡੀ ਨਿਗਾਹ 'ਚ ਹੋਏ ਸੀ, ਜਿਹੜੇ ਕੇਸ ਦਰਜ ਹੋਏ ਸੀ, ਉਹਨਾਂ ਸਾਰਿਆਂ ਦੇ ਘਰੀ ਜਾ ਕੇ ਉਹਨੂੰ ਨੰਗਾ ਕੀਤਾ ਕਿ ਸਰਕਾਰ ਬਿਨਾਂ ਮਤਲਬ ਝੂਠੇ ਪਰਚੇ ਦਰਜ ਕਰਦੀ ਹੈ ਤੇ ਉਹ 'ਚੋਂ ਕਈ ਪਰਚੇ ਜਿਹੜੇ ਰੱਦ ਹੋ ਕੇ ਬੰਦੇ ਘਰਾਂ 'ਚ ਗਏ। ਇਸ ਕਰਕੇ ਇਸੇ ਤਰ੍ਹਾਂ ਹੀ 5-6 ਮਹੀਨੇ ਪਹਿਲਾਂ ਕਿਸਾਨੀ ਘੋੜ ਚੱਲਿਆ, ਕਿਸਾਨਾਂ ਤੇ ਕਾਲੇ ਕਾਨੂੰਨ ਥੋਪੇ ਗਏ। ਉਹਦੇ ਵਿੱਚ 3-4 ਮਹੀਨੇ ਲਗਾਤਾਰ ਕਿਸਾਨ ਪ੍ਰੋਟੈਸਟ ਕਰਦੇ ਰਹੇ ਪੰਜਾਬ ਦੇ ਵਿੱਚ। ਹੁਣ ਤਕਰੀਬਨ ਲਗਭਗ 3.5 ਮਹੀਨੇ ਹੋਣ ਵਾਲੇ ਨੇ, ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ। ਤੇ ਬੜੇ ਦੁੱਖ ਦੀ ਗੱਲ ਹੈ ਕਿ ਉਹਨਾਂ ਦੀ ਗੱਲ ਤਾਂ ਕੀ ਸੁਣਨੀ ਸੀ, ਜਿਹੜੀ ਉਹਨਾਂ ਦੀ ਹਮਾਇਤ 'ਚ ਆਉਂਦਾ ਕੋਈ ਬੰਦਾ ਉਹ ਤੇ ਇਹੋ ਜਿਹੇ ਕਾਰਨਾਮੇ ਕਰਕੇ ਸਰਕਾਰ ਦਬਾਉਣਾ ਚਾਹੁੰਦੀ ਹੈ। ਸੁਖਪਾਲ ਸਿੰਘ ਖਹਿਰਾ ਨੂੰ ਕਿਉਂ ਚੁਣਿਆ ਗਿਆ ਪੰਜਾਬ ਦੇ ਵਿੱਚੋਂ? ਡਟੇ ਨੇ, ਪਰਮਲ ਸਿੰਘ ਵੀ ਨਾਲ ਡਟੇ ਨੇ, ਬਹੁਤ ਸਾਰੇ ਐਮਐਲਏ ਹੋਰ ਹੀ ਮੁੱਦਾ ਚੁੱਕਦੇ ਰਹੇ ਨੇ। ਨਹੀਂ, ਖਹਿਰਾ ਸਾਹਿਬ ਨੂੰ ਇਹ ਡਟਿਆ ਗਿਆ ਨਾ ਕਿ ਖਹਿਰਾ ਸਾਹਿਬ ਨੇ ਜਿਹੜੀ ਆਵਾਜ਼ ਸੀ, ਕਿਉਂਕਿ ਅਸੀਂ ਤਾਂ ਮਤਲਬ ਥੋੜੇ ਲੀਡਰ ਹਾਂ, ਅਸੀਂ ਤਾਂ ਆਮ ਲੋਕਾਂ 'ਚ ਹੀ ਆਉਂਦੇ ਹਾਂ। ਖਹਿਰਾ ਸਾਹਿਬ ਮੀਡੀਆ 'ਚ, ਖਹਿਰਾ ਸਾਹਿਬ ਮਤਲਬ ਫੇਸਬੁੱਕ ਤੇ ਇੰਨੇ ਪਪੂਲਰ ਨੇ ਕਿ ਲੋਕ ਸੁਣਦੇ ਨੇ ਉਹਨਾਂ ਨੂੰ। ਅੱਛਾ, ਇਸ ਤੋਂ ਬਿਨਾਂ ਜਦੋਂ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਚੱਲਿਆ ਤਾਂ ਇੱਕ ਮੁੰਡੇ ਨੂੰ ਮਤਲਬ ਪੰਜਾਬ ਦਾ ਸੀ ਪਿੱਛੇ, ਹੁਣ ਉਹ ਯੂਪੀ 'ਚ ਰਹਿੰਦੇ ਨੇ, ਉਹਨੂੰ ਗੋਲੀ ਨਾਲ ਮਾਰ ਕੇ ਮਾਰਤਾ ਸਰਕਾਰ ਨੇ। ਤੇ ਸਰਕਾਰ ਨੇ ਉਹਦਾ ਕਾਤਲ ਲੁਕਾਉਣ ਵਾਸਤੇ ਐਕਸੀਡੈਂਟ ਦਾ ਨਾਂ ਦਿੱਤਾ। ਖਹਿਰਾ ਸਾਹਿਬ ਨੇ ਉਹਦੀ ਆਵਾਜ਼ ਚੱਕੀ ਤੇ ਆਵਾਜ਼ ਚੱਕ ਕੇ ਉਹ ਵਕੀਲ ਕਰਕੇ ਉਹਨਾਂ ਨੂੰ ਕਚਹਿਰੇ 'ਚ ਖੜਾ ਕਰ ਨੂੰ ਦਬਾਇਆ ਜਾ ਰਿਹਾ ਜੀ, ਦਬਾਇਆ ਜਾ ਰਿਹਾ ਵੀ ਜਾਂ ਤਾਂ ਗੋਡੇ ਟੇਕਦੇ ਸਾਡੇ ਨਾਲ ਰਲ ਜੇ ਆ ਕੇ ਸਾਨੂੰ ਕਹਿੰਦੇ ਵੀ ਕੋਈ ਗੱਲ ਨਹੀਂ, ਮੈਂ ਨਹੀਂ ਬੋਲਦਾ, ਤੇ ਜਾਂ ਫਿਰ ਚੁੱਪ ਕਰਾ ਦਿਆਂਗੇ ਅਸੀਂ। ਇਹ ਚੁੱਪ ਕਰਾਇਆ ਜਾ ਰਿਹਾ, ਡਰਾਵਾ ਇੱਕ ਅੱਗੇ ਪਿਛਲੇ ਸਮੇਂ 'ਚ ਵੀ ਪੰਜਾਬ ਸਰਕਾਰ ਨੇ ਉਹਨਾਂ ਦੇ ਡਰੱਗ ਕੇਸ ਕਰਕੇ ਮਤਲਬ ਕੋਸ਼ਿਸ਼ ਕੀਤੀ ਸੀ ਕਿ ਇਹ ਵਿਧਾਨ ਸਭਾ 'ਚ ਬੋਲੇ ਨਾ, ਉਹ 'ਚ ਕੁਝ ਵੀ ਨਹੀਂ ਨਿਕਲਿਆ। ਪੂਰਨ ਰੂਪ 'ਚ ਜਾਣਕਾਰੀ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਬੀਜੇਪੀ ਨੇ ਆਫਰ ਕੀਤੀ ਸੀ ਕਿ ਇੱਕ ਸਿਆਸੀ ਸਟੇਟਮੈਂਟ ਹੈ? ਨਹੀਂ, ਪੂਰੀ ਜਾਣਕਾਰੀ ਹੈ, ਬਹੁਤ ਆਫਰ ਕੀਤੀ ਸੀ ਵੀ ਤੂੰ ਸਾਡੇ 'ਚ ਆ ਜਾ, ਅਸੀਂ ਮਤਲਬ ਉਹ ਕਰਾਂਗੇ। ਸਾਨੂੰ ਵੀ ਕੀਤੀ ਸੀ ਨਾਲ ਵੀ ਆਓ ਯਾਰ ਤੁਸੀਂ ਸਾਡੇ ਨਾਲ ਲੜੋ ਤੇ ਅਸੀਂ ਮਤਲਬ ਜੋ ਕਹੋਗੇ ਤੁਹਾਡਾ ਕਰਾਂਗੇ, ਜੋ ਜਿੱਥੇ ਤੁਸੀਂ ਕਰੋਗੇ ਐਡਜਸਟ ਕਰਾਂਗੇ। ਅਸੀਂ ਆਖਿਆ ਵੀ ਨਹੀਂ, ਭਾਜਪਾ ਨਾਲ ਸਾਡਾ ਮਤਭੇਦ ਹੈ ਕਿਉਂਕਿ ਉਹ ਲੋਕ ਮਾਰੂ ਪਾਰਟੀ ਹੈ। ਉਹਨਾਂ ਨੇ ਕਾਲੇ ਕਾਨੂੰਨ ਲਿਆ ਕੇ ਇਹ ਜੇ ਮਤਲਬ ਹੋਰ ਗਲਤ ਮਤਲਬ ਉਹ ਧਰਮ ਨੂੰ ਮਤਲਬ ਧਾਰਮਿਕ ਤੌਰ ਤੇ ਲੋਕਾਂ ਨੂੰ ਵੰਡਦੀ ਹੈ। ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਇੱਥੇ ਫਿਰਕੂ ਤਾਕਤਾਂ, ਧਾਰਮਿਕ ਫਿਰਕੂ ਤਾਕਤਾਂ ਰਾਜ ਕਰਨ। ਅਗਰ ਤੁਹਾਡੇ ਬੋਲਾਂ ਤੇ ਗੱਲ ਹੋਰ ਕੀਤੀ ਜਾਵੇ, ਵਧਾ ਕੇ ਕੀਤੀ ਜਾਵੇ ਕਿ ਸੁਖਪਾਲ ਸਿੰਘ ਖਹਿਰੇ ਨੂੰ ਤੇ ਅੱਜ ਈਡੀ ਦੀ ਰੇਡ ਆ, ਅਗਲਾ ਨੰਬਰ ਜਗਦੇਵ ਕਮਾਲੂ ਦਾ ਹੋ ਸਕਦਾ। ਹੋ ਜੇ ਸਾਡੇ ਕੋਲੇ ਕੀ ਹੈ ਯਾਰ, ਹੋ ਜੇ ਅਸੀਂ ਗਲਤ ਕੰਮ ਹੀ ਨਹੀਂ ਕਰਿਆ, ਕੋਈ ਜ਼ਿੰਦਗੀ 'ਚ ਨਹੀਂ ਕਰਿਆ, ਹੋ ਜੇ ਰੇਡ ਹੋਈ ਜਾਣ, 50 ਹੋ ਜਾਣ, ਫੜ ਕੇ ਸਾਨੂੰ ਅੰਦਰ ਦੇ ਦੇਣ, ਝੂਠਿਆਂ ਚੌਚ ਕਰਕੇ ਸਾਡੇ ਤੇ ਜਿੰਨੇ ਮਰਜ਼ੀ ਪਰਚੇ ਪਾਈ ਜਾਣ, ਕੋਈ ਗੱਲ ਨਹੀਂ, ਪਰਵਾਹ ਕਾਹਦੀ ਹੈ। ਅਸੀਂ ਲੋਕਾਂ ਲਈ ਲੜਾਂਗੇ, ਲੜਦੇ ਰਹਾਂਗੇ। ਤੇ ਸੱਚ, ਗੁਰੂ ਨਾਨਕ ਦੇਵ ਜੀ ਨੇ ਸੱਚ ਬੋਲਿਆ ਸੀ, ਸੱਚ ਨੂੰ ਸੁਣਨ ਦੀ ਤਾਕਤ ਬਹੁਤ ਘੱਟ ਲੋਕਾਂ 'ਚ ਹੁੰਦੀ ਹੈ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨਾਲ ਬਹੁਤੇ ਲੋਕ ਜੋੜ ਨਹੀਂ ਸਕੇ।
ਕਿਉਂਕਿ ਸੱਚ ਨੂੰ ਸੁਣਨ ਦੀ ਮਤਲਬ ਤਾਕਤ ਬਹੁਤ ਘੱਟ ਲੋਕਾਂ 'ਚ ਹੁੰਦੀ ਹੈ। ਸੱਚ ਨੂੰ ਸਹਿਣ ਕਰਨ ਦੀ ਤਾਕਤ ਬਹੁਤ ਘੱਟ ਲੋਕਾਂ 'ਚ ਹੁੰਦੀ ਹੈ। ਸੱਚ ਨੂੰ ਕਹਿਣ ਦੀ ਮਤਲਬ ਜਿਹੜੀ ਆਦਤ ਹੈ ਉਹ ਬਹੁਤ ਘੱਟ ਲੋਕਾਂ 'ਚ ਹੁੰਦੀ ਹੈ। ਸੁਖਪਾਲ ਸਿੰਘ ਖਹਿਰਾ ਦੇ ਵਿਧਾਨ ਸਭਾ ਦੇ ਵਿੱਚ ਮੁੱਦਾ ਉੱਠਿਆ ਹੈਗਾ, ਨਾਲ ਦਿਲੋਂ ਹੀ ਹੈ ਕਿ ਉੱਥੇ ਵੀ ਸ਼ਰੀਕਪੁਣਾ ਦਿਖਾਇਆ ਜਾਊਗਾ ਜੀ। ਵੇਖੋ ਜੀ, ਇਹ ਤਾਂ ਨਹੀਂ ਪਤਾ, ਅਗਲੀ ਦੇ ਪੇਟ ਦਾ ਤਾਂ ਕੋਈ ਪਤਾ ਨਹੀਂ, ਪਰ ਜਦੋਂ ਇਹ ਮੁੱਦਾ ਅਸੀਂ ਉਠਾਉਂਦੇ ਸੀ ਮੈਨੂੰ ਬੋਲਣ ਨਹੀਂ ਦਿੱਤਾ ਤਾਂ ਮੈਥੋਂ ਬਾਅਦ ਨੰਬਰ ਆ ਗਿਆ, ਮਤਲਬ ਜਦੋਂ 0 ਆਵਰ 'ਚ ਬੋਲਣਾ ਸੀ ਆਪਣਾ ਸਰਦਾਰ ਪਰਮਿੰਦਰ ਸਿੰਘ ਢੀਂਡਸੇ ਜੀ ਦਾ, ਉਹਨਾਂ ਨੇ ਇਹ ਮੁੱਦਾ ਉਠਾਇਆ ਤਾਂ ਫਿਰ ਸਾਰਿਆਂ ਨੇ ਉੱਥੇ ਉਹਦੇ ਜਵਾਬ 'ਚ ਚੰਨੀ ਨੇ, ਮੰਤਰੀ ਜੀ ਨੇ ਵੀ ਖੜਾ ਹੋ ਕੇ ਆਖਿਆ ਵੀ ਇਹ ਗਲਤ ਹੈ, ਅੱਗ ਲੱਗੀ ਹੈ, ਅੱਜ ਉਹਦੇ ਘਰੇ ਲੱਗੀ ਹੈ, ਸਵੇਰੇ ਆਪਣੀ ਵੀ ਲੱਗੂਗੀ। ਇਹ ਭਾਜਪਾ ਸਰਕਾਰ ਜਾਣਬੁੱਝ ਕੇ ਕਰ ਰਹੀ ਹੈ। ਉਸ ਤੋਂ ਬਾਅਦ ਸਾਰੀਆਂ ਪਾਰਟੀਆਂ ਨੇ, ਸ਼੍ਰੋਮਣੀ ਅਕਾਲੀ ਦਲ ਦੇ ਬੰਦੇ ਵੀ ਖੜੇ ਹੋਏ, ਅਸੀਂ ਵੀ ਖੜੇ ਹੋਏ ਤੇ ਆਪ ਵਾਲੇ ਵੀ ਕਹਿੰਦੇ ਸੀ ਵੀ ਇਹ ਗਲਤ ਹੈ ਗੱਲ। ਮੈਂ ਜਿਹੜਾ ਦੇਖਿਆ ਇਹ ਨਹੀਂ ਪਤਾ ਵੀ ਉੱਤੋਂ ਕਹਿੰਦੇ ਸੀ ਥੱਲਿਓਂ ਕਹਿੰਦੇ ਸੀ, ਇਹ ਤਾਂ ਮਨ ਜਾਣਦਾ ਅਗਲੇ ਦਾ, ਪਰ ਉੱਥੇ ਯੂਨੀਅਸ ਸਾਰੇ 115 ਜਿੰਨੇ ਮੈਂਬਰ ਹਾਜ਼ਰ ਸੀ ਸਾਰਿਆਂ ਨੇ ਕਿਹਾ ਕਿ ਇਹ ਜਿਹੜਾ ਭਾਜਪਾ ਜਿਹੜੀ ਹੈ ਇਹ ਜਾਣਬੁੱਝ ਕੇ ਕਰ ਰਹੀ ਹੈ, ਇਹੋ ਜਿਹੀ ਕੋਈ ਗੱਲ ਨਹੀਂ। ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਖੜੇ ਹੋਏ ਨੇ, ਬਾਅਦ ਚ ਹਰਪਾਲ ਚੀਮਾ ਦੀ ਸਟੇਟਮੈਂਟ ਆਉਂਦੀ ਆ ਕਿ ਜੇ ਤੇ ਈਡੀ ਰੇਡ ਝੂਠੀ ਹੋਈ ਤੇ ਅਸੀਂ ਨਾਲ ਖੜੇ ਆ, ਤੇ ਜੇ ਸੱਚਮੁੱਚ ਉਹਨਾਂ ਦੀ ਈਡੀ ਦੀ ਰੇਡ ਸੱਚੀ ਹੋਈ ਤੇ ਫਿਰ ਸਾਡੇ ਹੱਥ ਖੜੇ ਨੇ। ਨਹੀਂ, ਸੱਚ ਦਾ ਉਹ ਕੋਸ਼ਿਸ਼ ਤਾਂ ਇਹੀ ਹੈ ਵੀ ਝੂਠੇ ਨੂੰ ਵੀ ਸੱਚ ਬਣਾਉਣਗੇ। ਅੱਜ ਤੱਕ ਬਣਦਾ ਆਇਆ, ਝੂਠੇ ਨੂੰ ਵੀ ਸੱਚ ਬਣਾ ਸਕਦੀ ਹੈ, ਪਰ ਸਾਨੂੰ ਪਤਾ ਨਾ, ਅਸੀਂ ਬਹੁਤ ਬਰੀਕੀ ਨਾਲ ਜਾਣਦੇ ਹਾਂ। ਅਸੀਂ 4-5 ਸਾਲਾਂ ਤੋਂ ਖਹਿਰਾ ਸਾਹਿਬ ਦੇ ਪਰਿਵਾਰ ਨੂੰ ਜਾਣਦੇ ਹਾਂ, ਉਹਦੇ ਘਰ ਨੂੰ ਜਾਣਦੇ ਹਾਂ, ਉਹਦੀ ਕਬੀਲਦਾਰੀ ਨੂੰ ਜਾਣਦੇ ਹਾਂ। ਅਸੀਂ ਤਾਂ ਪਿੜਦੇ ਰਹੇ ਵੀ ਜਿਹੜੇ ਸਾਡੇ ਮਰ ਗਏ 50-50 ਹਜ਼ਾਰ ਰੁਪਇਆ ਮੰਗਾ ਕੇ ਦਿਓ ਜੀ, ਉਹ ਆਪ ਨਾ ਦੇ ਦਿੰਦੇ। ਜੇ ਹੁੰਦਾ, ਜੇ ਮੰਗਾਇਆ ਹੋਇਆ ਹੁੰਦਾ ਤਾਂ ਉਹ ਕਹਿੰਦੇ ਨੇ ਯਾਰ 5 ਲੱਖ ਰੁਪਇਆ ਮੰਗਾਇਆ ਸੀ, ਉਹ ਵੰਡਿਆ ਗਿਆ, 50-50 ਹਜ਼ਾਰ 10 ਨੂੰ ਦੇਤਾ, ਹੋਰ ਦੇ ਨਹੀਂ ਸਕਦੇ, ਹੋਰ ਹੈ ਹੀ ਨਹੀਂ। ਤੇ ਕਹਿ ਰਹੇ ਕਿ ਮਨੀ ਲਾਂਡਰਿੰਗ ਬਾਹਰੋਂ ਪੈਸਾ ਰਹੇ, ਜਿਹੜੇ ਪੰਜਾਬ ਦੇ ਵਿੱਚ ਕਿਸਾਨ ਮਰੇ ਉਹਨਾਂ ਨੂੰ ਲਿਆ ਕੇ ਦਿੱਤਾ, ਉਹਨਾਂ ਦੀ ਮਦਦ ਵਾਸਤੇ ਕਿਹਾ ਜਾ ਰਿਹਾ, ਕਿਸੇ ਤੋਂ ਲਿਆ ਕੇ ਨਹੀਂ ਦਿੱਤਾ ਜਾ ਰਿਹਾ। ਉਹਨਾਂ ਨੂੰ ਮਦਦ ਵਾਸਤੇ, ਉਹਨਾਂ ਦੀ ਮਦਦ ਵਾਸਤੇ ਵੀ ਕੁਛ ਨਾ ਕੁਛ ਉਹਨਾਂ ਦੀ ਮਦਦ ਹੋ ਸਕੇ। ਪਹਿਲਾਂ ਵੀ ਕਰੀ ਹੈ, ਇਕੱਲੇ ਕਿਸਾਨ ਸੰਘਰਸ਼ ਨੂੰ, ਇਹ ਤੋਂ ਪਹਿਲਾਂ ਵੀ ਜਿਹੜੇ ਆਤਮ ਹੱਤਿਆ ਕਰਕੇ ਸਾਡੇ ਭਰਾ, ਮੇਰੇ ਹਲਕੇ 'ਚ 2 ਬੰਦਿਆਂ ਨੂੰ 50-50 ਹਜ਼ਾਰ, ਮੇਰੇ ਹਲਕੇ 'ਚ ਇੱਕ ਬੰਬ ਬਲਾਸਟ 'ਚ ਝੁਲਸਿਆ ਗਿਆ ਬੰਦਾ, ਉਹਨੂੰ 2 ਵਾਰ 50-50 ਹਜ਼ਾਰ ਰੁਪਇਆ ਮੇਰੇ ਰਾਹੀਂ ਦਿੱਤਾ ਗਿਆ। ਕਿਸੇ ਦੀ ਮਦਦ ਕਰਨੀ, ਬਾਹਰੋਂ ਪੈਸਾ ਮੰਗਾ ਕੇ ਮਦਦ ਕਰਨੀ, ਮਤਲਬ ਇਹ ਵੀ ਗੁਨਾਹ ਜੀ ਤੁਹਾਡੀ ਨਜ਼ਰ 'ਚ? ਇਹ ਤਾਂ ਗੁਨਾਹ ਹੀ ਹੋ ਗਿਆ। ਹੁਣ ਤਾਂ ਗੁਨਾਹ ਹੀ ਹੈ ਜੇ ਕਿਸੇ ਦੀ ਮਦਦ ਕਰਦੇ ਨੇ। ਜੇ ਕਿਸੇ ਆ ਭਰਾ ਨੂੰ ਕਹਿ ਦੇਣਾ ਮੈਂ ਵੀ ਤੇਰੇ ਕੋਲੇ ਸਾਰਾ ਕੁਝ ਹੈ ਯਾਰ, ਤੇਰੇ ਕੋਲੇ 50 ਕਿੱਲੇ ਜ਼ਮੀਨ ਦੇ ਹੈ, ਤੇਰੇ ਕੋਲੇ ਚੰਗੀ ਆਮਦਨ ਹੈ, ਤੂੰ ਆ ਗਰੀਬ ਨੂੰ ਦੇ 10,000 ਰੁਪਇਆ, 5 ਮੈਂ ਦੇਣਾ, 15 ਦੇ ਦੀ ਯਾਰ, ਰੋਟੀ ਰੋਜੀ ਚੱਲ ਜੂ। ਇਹ ਫਿਰ ਜੇ ਗੁਨਾਹ ਹੈ ਤਾਂ ਫਿਰ ਕਿਸੇ ਦੀ ਮਦਦ, ਜੇ ਸਰਕਾਰ ਇਸ ਨੂੰ ਗੁਨਾਹ ਸਮਝਦੀ ਹੈ ਤਾਂ ਸਾਨੂੰ ਕਿਸੇ ਦੀ ਮਦਦ ਨਹੀਂ ਕਰਨਾ ਚਾਹੀਦਾ। ਪਰ ਅਸੀਂ ਉਸ ਗੁਰੂ ਦੇ ਵਾਰਸ ਹਾਂ ਜਿਨ੍ਹਾਂ ਨੇ ਮਤਲਬ ਹਰ ਗਰੀਬ ਦੀ, ਹਰ ਲੋੜਵੰਦ ਦੀ ਮਦਦ ਕੀਤੀ ਹੈ। ਸੁਖਪਾਲ ਸਿੰਘ ਖਹਿਰਾ ਨਾਲ ਡਟੇ ਰਹੋਗੇ? ਹਾਂ, ਡਟੇ ਰਹਾਂਗੇ। ਅੱਛਾ, ਰਿਸ਼ਪਾਲ ਸਿੰਘ ਜੌੜੇ ਮਾਜਰੇ ਵੀ ਸੁਖਪਾਲ ਸਿੰਘ ਖਹਿਰਾ ਦੇ ਸਾਥੀ ਨੇ, ਕਿਵੇਂ ਦੇਖਦੇ ਇਸ ਪੂਰੇ ਘਟਨਾਕ੍ਰਮ ਨੂੰ ਜੀ? ਬਿਲਕੁਲ ਜੀ, ਤੁਸੀਂ ਦੇਖੋ ਜਿਹੜੀ ਇਹ ਮਨੀ ਲਾਂਡਰਿੰਗ ਦੀ ਗੱਲ ਕਰਦੇ ਨੇ, ਉਹ ਕਦੋਂ ਦਾ ਮੁੱਦਾ ਸੀਗਾ, ਕਦੋਂ ਲੋਕਾਂ ਨੂੰ ਪੈਸੇ ਜਿਹੜੇ ਲੋੜਵੰਦਾਂ ਨੂੰ ਦਿੱਤੇ ਗਏ ਨੇ, ਪੀੜਤਾਂ ਨੂੰ ਦਿੱਤੇ ਗਏ ਨੇ। ਅੱਜ ਇਹ ਕਾਰਵਾਈ ਕਿਉਂ? ਇਸ ਤੋਂ ਪਹਿਲਾਂ ਵਪਾਰੀਆਂ ਤੇ ਵੀ ਕਾਰਵਾਈ ਕੀਤੀ ਗਈ, ਈਡੀ ਦੀ। ਪੰਜਾਬ ਦੇ ਵਪਾਰੀਆਂ ਸਿਰਫ ਇਹ ਅਟੈਕ ਕਰਦੇ ਨੇ ਪੰਜਾਬ ਤੇ, ਉਹਦੇ ਪਿੱਛੇ ਇੱਕ ਕਾਰਨ ਹੈ। ਕਾਰਨ ਇਹ ਹੈ ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਜਿੱਥੇ ਬੜੀ ਬੇਬਾਕੀ ਨਾਲ ਇਹ 3 ਕਾਨੂੰਨਾਂ ਦੇ ਖਿਲਾਫ ਡਟ ਕੇ ਬੋਲੇ, ਉੱਥੇ 26 ਜਨਵਰੀ ਨੂੰ ਜਿਹੜੇ ਟੈਰਰਿਜ਼ਮ ਸੈਂਟਰ ਸਰਕਾਰ ਨੇ ਕੀਤਾ, ਉੱਥੋਂ ਦੀ ਪੁਲਿਸ ਨੇ ਕੀਤਾ, ਉਹਦੇ ਖਿਲਾਫ ਡਟ ਕੇ ਖੜੇ ਰਹੇ। ਜਿਹੜਾ ਕਤਲ ਹੋਇਆ ਨਵਰੀਤ ਦਾ, ਉਹ ਨਵਰੀਤ ਦੇ ਕਤਲ ਦੇ ਵੀ ਦਾ ਵੀ ਮੁੱਦਾ ਇਹਨਾਂ ਨੇ ਚੱਕਿਆ। ਜਿਹੜੇ ਯੂਥ ਅੰਦਰ ਕੀਤੇ ਹੋਏ ਨੇ 18-19 ਮਿਸ ਨੇ, ਉਹਨਾਂ ਦਾ ਵੀ ਮੁੱਦਾ ਇਹਨਾਂ ਨੇ ਚੱਕਿਆ। ਇਹ ਕਿਤੇ ਨਾ ਕਿਤੇ ਸਰਕਾਰ ਜਿਹੜੀ ਇਸ ਕਰਕੇ ਬਖਲਾ ਗਈ ਕਿ ਜਿਹੜਾ ਉੱਥੇ ਅੰਦੋਲਨ ਸੀ ਕਿਸਾਨਾਂ ਦਾ, ਇੱਕ ਵਾਰੀ ਠੰਡਾ ਪੈ ਗਿਆ ਸੀ, ਉਹ ਦੁਬਾਰਾ ਜਿਹੜਾ ਆਪਣੇ ਜਾਹੋ ਜਵਾਲ ਤੇ ਆਇਆ ਹੈ, ਉਹ ਇਸ ਕਰਕੇ ਘਬਰਾ ਗਈ। ਇਸ ਕਰਕੇ ਉਹਨਾਂ ਨੇ ਇਹ ਅੱਜ ਇਹ ਕਾਰਵਾਈ ਕੀਤੀ ਹੈ, ਦੂਸਰਾ ਕੋਈ ਕਾਰਨ ਨਹੀਂ। ਕਿਉਂਕਿ ਉਹ ਇੱਥੇ ਦੱਸ ਵੀ ਨਹੀਂ ਸਕੇ। ਬੈਂਸ ਸਾਹਿਬ ਪੁੱਛ ਰਹੇ ਸੀ, ਉਹ ਕਹਿੰਦੇ ਵੀ ਅਸੀਂ ਪੁੱਛਿਆ ਸਾਨੂੰ ਦੱਸ ਤਾਂ ਦਿਓ, ਤੁਹਾਡੇ ਕੋਲ ਇਨਫੋਰਮੇਸ਼ਨ ਕੀ ਹੈ, ਕੋਈ ਸੁਪਨਾ ਥੋੜੂ ਆ ਗਿਆ, ਪਰ ਉਹਨੇ ਕੋਈ ਗੱਲ ਨਹੀਂ ਦੱਸੀ। ਇਹ ਮਨੀ ਲਾਂਡਰਿੰਗ ਦੀ ਵੀ ਕੋਈ ਗੱਲ ਨਿਕਲਣੀ ਨਹੀਂ, ਕੁਛ ਨਹੀਂ ਹੈ ਇਹ। ਕਿਉਂਕਿ ਪਹਿਲਾਂ ਵੀ ਇਹਨਾਂ ਤੇ ਇਹ ਹਰ ਇੱਕ ਬੰਦੇ ਦੇ ਖਿਲਾਫ ਜਿੱਥੇ ਇਨਸਾਫ ਹੁੰਦਾ, ਇਨਸਾਫ ਦੇ ਨਾਲ ਖੜਦੇ ਨੇ, ਬੇਇਨਸਾਫੀ ਦੇ ਖਿਲਾਫ ਲੜਦੇ ਨੇ, ਚਾਹੇ ਪੰਜਾਬ ਸਰਕਾਰ 'ਚ ਹੋਵੇ, ਚਾਹੇ ਸੈਂਟਰ ਸਰਕਾਰ 'ਚ ਹੋਵੇ। ਪਹਿਲਾਂ ਵੀ ਤੁਸੀਂ ਦੇਖਿਆ ਇੱਥੇ, ਚਾਹੇ ਪਾਣੀ ਦਾ ਮੁੱਦਾ ਸੀ, ਇੰਡਸਟਰੀਆਂ ਦਾ ਮੁੱਦਾ ਸੀਗਾ, ਜਾਂ ਜਿਹੜਾ ਰੇਤੇ ਦਾ ਸੀਗਾ ਮਾਈਨਿੰਗ ਦਾ, ਉਹਦਾ ਮੁੱਦਾ ਜਿਹੜਾ ਇਹਨਾਂ ਨੇ ਚੱਕਿਆ। ਇਹ ਇਸ ਕਰਕੇ ਸਾਰੀਆਂ ਸਰਕਾਰਾਂ ਦੇ ਖਿਲਾਫ ਹੋ ਜਾਂਦੀਆਂ ਨੇ। ਜਦੋਂ ਬੰਦਾ ਬੇਬਾਕੀ ਨਾਲ ਬੋਲਦਾ, ਕੋਈ ਲੜਾਈ ਲੜਦਾ ਲੋਕਾਂ ਦੀ, ਤਾਂ ਉਹਦੇ ਖਿਲਾਫ ਹੋ ਹੀ ਜਾਂਦੇ ਨੇ। ਉਹੀ ਕਾਰਨ ਹੈ, ਅਦਰਵਾਈਜ਼ ਹੋਰ ਕੁਝ ਨਹੀਂ ਹੈ। ਬਿਲਕੁਲ ਜੀ। ਔਰ ਅੱਜ ਸੁਖਪਾਲ ਸਿੰਘ ਖਹਿਰਾ ਦੇ ਘਰ ਜਿਹੜੀ ਈਡੀ ਦੀ ਰੇਡ ਆ ਉਹ ਚੱਲ ਰਹੀ ਆ। ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਚੁੱਕਿਆ ਗਿਆ। ਵਿਧਾਇਕਾਂ ਨੇ ਇਹ ਵੀ ਮੰਗ ਕੀਤੀ ਆ ਕਿ
ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਆਵਾਜ਼ਾਂ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਹੜੇ ਲੋਕ ਹੱਕਾਂ ਦੀ, ਲੋਕ ਹਿੱਤਾਂ ਦੀ ਗੱਲ ਕਰਦੇ ਨੇ, ਕਿਸਾਨਾਂ ਦੀ ਗੱਲ ਕਰਦੇ ਨੇ। ਬਹੁਤ ਸਾਰੀਆਂ ਐਗਜ਼ਾਮਪਲਾਂ ਦਿੱਤੀਆਂ ਜਾ ਚੁੱਕੀਆਂ, ਚਾਹੇ ਤਾਪਸੀ ਪੰਨੂ ਦਾ ਜ਼ਿਕਰ ਕੀਤਾ ਗਿਆ ਹੋਵੇ, ਚਾਹੇ ਅਨੁਰਾਗ ਕਸ਼ਯਪ ਦਾ ਕੀਤਾ ਗਿਆ, ਚਾਹੇ ਜਿਹੜੇ ਵਪਾਰੀਆਂ ਦਾ ਕੀਤਾ ਗਿਆ ਜ਼ਿਕਰ, ਚਾਹੇ ਦਲਜੀਤ ਦੋਸਾਂਝ ਦਾ ਜ਼ਿਕਰ ਕੀਤਾ ਗਿਆ। ਪਰ ਨਾਲ ਦੀ ਨਾਲ ਮਸਲਾ ਬਹੁਤ ਵੱਡਾ, ਔਰ ਇਹ ਵੀ ਵਿਧਾਨ ਸਭਾ 'ਚ ਮੰਗ ਉੱਠੀ ਆ ਕਿ ਇੱਦਾਂ ਦਾ ਇੱਕ ਮਤਾ ਪਾਸ ਕੀਤਾ ਜਾਵੇ ਕਿ ਜੇ ਸੈਂਟਰਲ ਦੀ ਕਿਸੇ ਵੀ ਏਜੰਸੀ ਨੇ ਪੰਜਾਬ ਦੇ ਕਿਸੇ ਵੀ ਵਿਧਾਇਕ ਨਾਲ ਪੁੱਛ ਪੜਤਾਲ ਕਰਨੀ ਹੈਗੀ ਆ ਤਾਂ ਪਹਿਲਾਂ ਪੰਜਾਬ ਸਰਕਾਰ ਤੋਂ ਮਨਜ਼ੂਰੀ ਲੈਣੀ ਪਏਗੀ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਨਿਊਜ਼ ਚੰਡੀਗੜ੍ਹ।